ਨਮਸਕਾਰ ਦੋਸਤੋ, ਸਾਡੇ ਚੈਨਲ ਨਾਨਕ ਅਕੈਡਮੀ 'ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ। ਇਸ ਚੈਨਲ 'ਤੇ ਤੁਹਾਨੂੰ ਹਰ ਤਰ੍ਹਾਂ ਦੀਆਂ ਪੋਸਟਾਂ ਨਾਲ ਰਿਲੇਟਡ, ਖਾਸ ਕਰਕੇ ਮਾਸਟਰ ਕੇਡਰ, ਸੀਟੈਟ, ਪੀਟੈਟ, ਪੰਜਾਬ ਪੁਲਿਸ, ਪਟਵਾਰੀ, ਇਹਨਾਂ ਨਾਲ ਰਿਲੇਟਡ ਜਿਹੜੀਆਂ ਹੈਗੀਆਂ ਵੀਡੀਓਜ਼ ਮਿਲਦੀਆਂ ਹਨ। ਨੋਟਸਾਂ ਦੀ ਪ੍ਰਾਪਤੀ ਤੁਸੀਂ ਸਾਡਾ ਟੈਲੀਗ੍ਰਾਮ ਚੈਨਲ ਜੁਆਇਨ ਕਰਕੇ ਬਿਲਕੁਲ ਫ੍ਰੀ ਦੇ ਵਿੱਚ ਕਰ ਸਕਦੇ ਹੋ। ਸੋ ਆਓ ਆਪਾਂ ਅੱਜ ਦਾ ਜਿਹੜਾ ਟੌਪਿਕ ਹੈ ਗੁਪਤ ਸਾਮਰਾਜ, ਉਹਨੂੰ ਸ਼ੁਰੂ ਕਰਨ ਜਾ ਰਹੇ ਹਾਂ। ਗੁਪਤ ਸਾਮਰਾਜ ਦਾ ਟਾਈਮ ਹੈ ਜਿਹੜਾ ਇਹ ਸ਼ਕ ਵੰਸ਼ ਤੋਂ ਬਾਅਦ 'ਚ ਸ਼ੁਰੂ ਹੁੰਦਾ ਅਤੇ ਇੱਥੇ ਜਿਹੜੇ ਹੈਗੇ ਸਾਡੇ ਕੋਲ ਡੇਟਸ ਹੈ ਜਿਹੜੀਆਂ ਉਹ ਵਾਧੇ ਕਰਨ ਦੇ ਵਿੱਚ ਸ਼ੁਰੂ ਹੋ ਜਾਂਦੀਆਂ। ਜਿਵੇਂ ਪਹਿਲਾਂ ਈਸਵੀ ਪੂਰਵ ਸੀ, ਇੱਥੋਂ ਈਸਵੀ ਦੇ ਵਿੱਚ ਸ਼ੁਰੂ ਹੋ ਜਾਂਦੀਆਂ। ਸੋ ਆਪਣੇ ਜਿਹੜੇ ਟੌਪਿਕ ਹੈ ਇਹਦੇ ਵਿੱਚ ਤਿੰਨ ਰਾਜੇ ਆਉਂਦੇ ਆ: ਚੰਦਰਗੁਪਤ ਪਹਿਲਾ, ਸਮੁੰਦਰਗੁਪਤ ਅਤੇ ਚੰਦਰਗੁਪਤ ਦੂਜਾ। ਹੁਣ ਦੇਖੋ ਬੱਚਿਓ, ਚੰਦਰਗੁਪਤ ਮੌਰੀਆ ਜਿਹੜਾ ਆਪਾਂ ਪਹਿਲਾਂ ਕਰਕੇ ਹਟੇ ਹਾਂ ਉਹ ਅਲੱਗ ਹੈ, ਇਹ ਦੋਨੋਂ ਚੰਦਰਗੁਪਤ ਅਲੱਗ ਹੈ। ਇਹ ਚੰਦਰਗੁਪਤ ਗੁਪਤ ਸਾਮਰਾਜ ਦੇ ਹੈ ਅਤੇ ਜਿਹੜਾ ਉਹ ਸੀ ਉਹ ਚੰਦਰਗੁਪਤ ਮੌਰੀਆ ਸੀ। ਸੋ ਇਸ ਕਰਕੇ ਇਹਦੇ ਵਿੱਚ ਕਨਫਿਊਜ਼ ਨਾ ਹੋਇਓ। ਸੋ ਆਓ ਆਪਾਂ ਆਪਣਾ ਟੌਪਿਕ ਸ਼ੁਰੂ ਕਰਦੇ। ਚੰਦਰਗੁਪਤ ਪਹਿਲਾ, ਗੁਪਤ ਸਮੁੰਦਰਗੁਪਤ ਅਤੇ ਚੰਦਰਗੁਪਤ ਦੂਜਾ, ਇਹ ਮਹਾਨ ਰਾਜੇ ਹੈ। ਇਸ ਤੋਂ ਇਲਾਵਾ ਇੱਕ ਸਕੰਦਗੁਪਤ ਹੈ, ਘਟੋਤਕਚ ਵੀ ਰਾਜਾ ਰਿਹਾ ਅਤੇ ਸ਼੍ਰੀਗੁਪਤ ਹੈ। ਹੁਣ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ। ਇਸ ਜਿਹੜਾ ਵੰਸ਼ ਹੈ, ਜਿਹੜਾ ਇਹ ਸਾਮਰਾਜ ਹੈ, ਇਹਦਾ ਸੰਸਥਾਪਕ ਹੈ ਜਿਹੜਾ ਉਹ ਸ਼੍ਰੀਗੁਪਤ ਹੈ, ਮੋਢੀ ਜਾਂ ਆਪਾਂ ਕਹਿ ਸਕਦੇ ਹਾਂ, ਪਰ ਇਹ ਪੂਰਨ ਤੌਰ 'ਤੇ ਸੁਤੰਤਰ ਨਹੀਂ ਸੀ। ਇਸ ਕਰਕੇ ਜਿਹੜਾ ਇਹਦਾ ਅਸਲੀ ਸੰਸਥਾਪਕ ਹੈ ਉਹ ਚੰਦਰਗੁਪਤ ਨੂੰ ਮੰਨਿਆ ਜਾਂਦਾ। ਸੋ ਆਓ ਆਪਾਂ ਅੱਗੇ ਜਾ ਕੇ ਗੱਲ ਕਰਦੇ ਹਾਂ ਉਸ ਬਾਰੇ। ਇਹਨੂੰ ਸ਼ੁਰੂ ਕਰੀਏ। ਸੰਸਥਾਪਕ ਜਿਹੜਾ ਹੈਗਾ ਸ਼੍ਰੀਗੁਪਤ 240 ਈਸਵੀ ਤੋਂ ਲੈ ਕੇ 298 ਈਸਵੀ ਤੱਕ ਇਸ ਨੇ ਰਾਜ ਕੀਤਾ ਅਤੇ ਇਹਦਾ ਜਿਹੜਾ ਸਥਾਨ ਹੈ ਉਹ ਪ੍ਰਯਾਗ ਦੇ ਨੇੜੇ ਕੌਸ਼ੰਬੀ ਹੈ। ਕੌਸ਼ੰਬੀ ਦੇ ਸਥਾਨ 'ਤੇ ਜਿਹੜਾ ਹੈਗਾ ਇਹ ਸਥਾਪਨਾ ਕਰਦਾ ਗੁਪਤ ਵੰਸ਼ ਦੀ। ਗੁਪਤ ਵੰਸ਼ ਹੈ ਜਿਹੜਾ ਉਹਨੂੰ ਸ਼ੁਰੂ ਕਰਦਾ ਗੁਪਤ ਸਾਮਰਾਜ ਨੂੰ। ਤਾਂ ਸ਼੍ਰੀਗੁਪਤ ਤੋਂ ਬਾਅਦ ਜਿਹੜਾ ਉਸ ਦਾ ਪੁੱਤਰ ਹੈ ਘਟੋਤਕਚ, ਜਿਹੜਾ ਉਹ ਰਾਜਾ ਬਣਦਾ। ਇਸ ਦਾ ਟਾਈਮ ਹੈ ਜਿਹੜਾ ਘਟੋਤਕਚ ਦਾ ਉਹ 280 ਤੋਂ 320 ਈਸਵੀ ਤੱਕ ਹੈ। ਸੋ ਇਹ ਦੋਨੇ ਜਿਹੜੇ ਯਾਦ ਰੱਖਣਾ ਕਿ ਚੰਦਰਗੁਪਤ ਪਹਿਲੇ ਤੋਂ ਪਹਿਲਾਂ ਦੇ ਰਾਜੇ ਹੈ। ਇਹਦਾ ਜਿਹੜਾ ਸੰਸਥਾਪਕ ਹੈ ਗੁਪਤ ਵੰਸ਼ ਦਾ ਉਹ ਸ਼੍ਰੀਗੁਪਤ ਹੈ 240 ਤੋਂ 298, ਅਤੇ ਉਸ ਦਾ ਪੁੱਤਰ ਘਟੋਤਕਚ ਜਿਹੜਾ ਹੈਗਾ ਦੂਜਾ ਰਾਜਾ, ਜਿਹਦਾ ਟਾਈਮ 280 ਤੋਂ 320 ਹੈ। ਪਹਿਲਾ ਮਹਾਨ ਸਮਰਾਟ ਹੈ ਜਿਹੜਾ ਇਸ ਵੰਸ਼ ਦਾ ਉਹ ਹੈਗਾ ਜੀ ਚੰਦਰਗੁਪਤ ਪਹਿਲਾ। ਘਟੋਤਕਚ ਦਾ ਪੁੱਤਰ ਸੀ ਇਹ 320 ਤੋਂ ਲੈ ਕੇ 335 ਈਸਵੀ ਤੱਕ ਰਾਜ ਕਰਦਾ ਹੈ। ਚੰਦਰਗੁਪਤ ਪਹਿਲੇ ਨੂੰ ਗੁਪਤ ਸਾਮਰਾਜ ਦਾ ਹੀ ਅਸਲੀ ਸੰਸਥਾਪਕ ਮੰਨਿਆ ਜਾਂਦਾ। ਇਹ ਕੁਐਸਚਨ ਬਹੁਤ ਵਾਰ ਆਇਆ ਟੈਸਟ ਦੇ ਵਿੱਚ, ਆਲ ਟਾਈਪਸ ਆਫ UGC ਦੇ ਵਿੱਚ ਵੀ ਆ ਚੁੱਕੇ ਆ ਕੁਐਸਚਨ। ਸੋ ਇਹਨਾਂ ਨੂੰ ਧਿਆਨ 'ਚ ਰੱਖਣਾ। ਚੰਦਰਗੁਪਤ ਪਹਿਲਾ ਜਿਹੜਾ ਉਹ ਗੁਪਤ ਸਾਮਰਾਜ ਦਾ ਅਸਲੀ ਸੰਸਥਾਪਕ ਹੈ। ਕਈ ਵਾਰ ਕੁਐਸਚਨ ਪੁੱਛ ਸਕਦੇ ਆ ਕਿ ਗੁਪਤ ਸਾਮਰਾਜ ਦਾ ਅਸਲੀ ਮੋਢੀ ਕੌਣ ਹੈ, ਇਹ ਕੁਐਸਚਨ ਆਉਂਦਾ ਹੈ, ਤਾਂ ਉਹ ਹੈਗਾ ਜੀ ਚੰਦਰਗੁਪਤ ਪਹਿਲਾ। ਸੋ ਉਸ ਤੋਂ ਅੱਗੇ ਹੈਗਾ ਜੀ ਚੰਦਰਗੁਪਤ ਪਹਿਲੇ ਨੇ ਮਹਾਰਾਜਾ ਧਰਾਜ ਦੀ ਉਪਾਧੀ ਧਾਰਨ ਕੀਤੀ। ਤਾਂ ਇਹ ਇਹਦੀ ਉਪਾਧੀ ਹੈ। ਸਿੱਧਾ ਕੁਐਸਚਨ ਆ ਸਕਦਾ ਹੈ ਮਹਾਰਾਜਾ ਧਰਾਜ ਉਪਾਧੀ ਕਿਸ ਦੀ ਹੈ, ਤਾਂ ਚੰਦਰਗੁਪਤ ਪਹਿਲੇ ਦੀ ਹੈ। ਇਸ ਸਾਮਰਾਜ ਦੇ ਵਿੱਚ ਤੁਹਾਨੂੰ ਉਪਾਧੀਆਂ, ਸਿੱਕੇ ਅਤੇ ਜਿਹੜੇ ਇਹਦੇ ਨਾਲ ਰਿਲੇਟਡ ਹੈ ਅਤੇ ਪ੍ਰਸ਼ਾਸਨਿਕ ਵਿਵਸਥਾ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਤੁਹਾਨੂੰ ਨੌਲੇਜ ਮਿਲੂਗੀ ਇਸ ਟੌਪਿਕ ਦੇ ਵਿੱਚ। ਸੋ ਸਾਡੇ ਨਾਲ ਜੁੜੇ ਰਹੋ ਇਸ ਚੈਨਲ 'ਤੇ। ਅੱਗੇ ਆ ਜਾਓ। ਇਸ ਨੇ ਲਿਸ਼ਵੀ ਵੰਸ਼ ਦੀ ਕੁਮਾਰੀ ਦੇਵੀ ਹੈ, ਜਿਹੜੀ ਕੁਮਾਰ ਦੇਵੀ ਹੈ, ਉਹਦੇ ਨਾਲ ਵਿਆਹ ਕਰਵਾਇਆ ਅਤੇ ਪਾਟਲੀ ਪੁੱਤਰ ਹੈ ਜਿਹੜਾ ਉਹ ਸਥਾਨ ਹੈ ਜਿਹੜਾ ਦਹੇਜ ਦੇ ਵਿੱਚ ਪ੍ਰਾਪਤ ਕੀਤਾ। ਕਿਸ ਨੇ ਵਿਆਹ ਕਰਾਇਆ? ਚੰਦਰਗੁਪਤ ਪਹਿਲਾ ਜਿਹੜਾ ਹੈਗਾ ਰਾਜਨੀਤਿਕ ਤੌਰ 'ਤੇ ਜਿਹੜਾ ਪ੍ਰਸਿੱਧੀ ਹਾਸਲ ਕਰਨ ਦੇ ਲਈ ਲਿਸ਼ਵੀ ਵੰਸ਼ ਦੀ ਕੁਮਾਰ ਦੇਵੀ ਦੇ ਨਾਲ ਮੈਰਿਜ ਕਰਵਾਉਂਦਾ ਹੈ, ਵਿਆਹ ਕਰਵਾਉਂਦਾ ਹੈ, ਅਤੇ ਪਾਟਲੀ ਪੁੱਤਰ ਹੈ ਜਿਹੜਾ ਉਸ ਨੂੰ ਉਹ ਦਹੇਜ ਦੇ ਵਿੱਚ ਪ੍ਰਾਪਤ ਕਰਦਾ। ਇਹ ਟੌਪਿਕ ਹੈ ਜਿਹੜਾ ਇਹਦੇ ਪੁਆਇੰਟ ਆ ਜਿਹੜੇ ਇਹਨਾਂ ਨੂੰ ਬਹੁਤ ਹੀ ਧਿਆਨ 'ਚ ਰੱਖਣ ਦੀ ਜ਼ਰੂਰਤ ਹੈ। ਤੁਸੀਂ ਇਹਨੂੰ ਲਿਖ ਵੀ ਸਕਦੇ ਹੋ, ਜੁਆਇਨ ਕਰ ਸਕਦੇ ਹੋ ਸਾਡਾ ਟੈਲੀਗ੍ਰਾਮ ਲਿੰਕ ਫ੍ਰੀ ਦੇ ਵਿੱਚ ਨੋਟਸ ਪ੍ਰਾਪਤੀ ਦੇ ਲਈ। ਸੋ ਅੱਗੇ ਆਪਾਂ ਚੱਲਦੇ ਹਾਂ। ਜਿਹੜਾ ਹੈਗਾ ਚੰਦਰਗੁਪਤ ਪਹਿਲਾ, ਇਸ ਨੇ ਆਪਣੀ ਅਤੇ ਆਪਣੀ ਪਤਨੀ ਕੁਮਾਰ ਦੇਵੀ ਦੇ ਨਾਂ 'ਤੇ ਸੋਨੇ ਅਤੇ ਚਾਂਦੀ ਦੇ ਸਿੱਕੇ ਜਾਰੀ ਕੀਤੇ ਹੈ। ਸਾਮਰਾਜ ਦੇ ਵਿੱਚ ਇਹ ਜਿਹੜਾ ਪਹਿਲਾ ਸਮਰਾਟ ਹੈ ਜਿਹਨੇ ਆਪਣੇ ਅਤੇ ਆਪਣੇ ਪਤਨੀ ਦੇ ਨਾਮ 'ਤੇ ਸੋਨੇ ਅਤੇ ਚਾਂਦੀ ਦੇ ਸਿੱਕੇ ਜਾਰੀ ਕੀਤੇ ਹੈ। ਇੱਥੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਸਤਰੀਆਂ ਦੀ ਜਿਹੜੀ ਸਥਿਤੀ ਹੈ ਇਸ ਟਾਈਮ 'ਤੇ ਕੈਸੀ ਸੀ, ਜਾਂ ਜਿਹੜਾ ਹੈਗਾ ਰਾਜਾ ਅਤੇ ਮਹਾਰਾਣੀ ਦੀ ਜਿਹੜੀ ਆਪਸੀ ਜਿਹੜਾ ਹੈਗਾ ਰਿਲੇਸ਼ਨਸ਼ਿਪ ਸੀ, ਜਾਂ ਜਿਹੜਾ ਉਹਨਾਂ ਦਾ ਆਪਸੀ ਪਾਵਰ ਸੀਗੀਆਂ, ਭਾਵ ਉਹਨਾਂ ਦੀਆਂ ਉਹ ਕਿਸ ਤਰ੍ਹਾਂ ਦੀਆਂ ਸੀ, ਭਾਵ ਇੱਕ ਤਰ੍ਹਾਂ ਦਾ ਰਾਜੇ ਦਾ ਹੀ ਦਰਜਾ ਜਿਹੜਾ ਹੈਗਾ ਮਹਾਰਾਣੀ ਨੂੰ ਮਿਲਦਾ ਸੀ। ਤਾਂ ਅੱਗੇ ਹੈਗਾ ਜੀ ਇਹਨਾਂ ਸਿੱਕਿਆਂ ਉੱਪਰ ਉਸਨੇ ਇੱਕ ਪਾਸੇ ਆਪਣੀ ਅਤੇ ਇੱਕ ਦੂਜੇ ਪਾਸੇ ਜਿਹੜਾ ਹੈਗਾ ਆਪਣੀ ਜਿਹੜੀ ਰਾਣੀ ਆ ਉਹਨੂੰ ਮੁੰਦਰੀ ਦਿੰਦੇ ਹੋਏ ਦਿਖਾਇਆ ਗਿਆ। ਰਾਜਾ ਜਿਹੜਾ ਹੈਗਾ ਸਿੱਕੇ ਦੇ ਜਿਵੇਂ ਦੋ ਪਾਸੇ ਹੁੰਦੇ ਆ, ਪਹਿਲੇ ਪਾਸੇ ਦੇ ਵਿੱਚ ਕੀ ਹੈਗਾ ਕਿ ਜਿਹੜਾ ਰਾਜਾ ਹੈ ਉਹ ਆਪਣੀ ਰਾਣੀ ਨੂੰ ਜਿਹੜਾ ਹੈਗਾ ਮੁੰਦਰੀ ਦਿੰਦੇ ਹੋਏ ਦਿਖਾ,
ਤੇ ਇਹਨਾਂ ਸਿੱਕਿਆਂ ਦੇ ਜਿਹੜਾ ਹੈਗਾ ਇੱਕ ਪਾਸੇ ਰਾਜਾ ਰਾਣੀ ਨੂੰ ਮੁੰਦਰੀ ਦੇ ਰਿਹਾ ਤੇ ਦੂਸਰੇ ਪਾਸੇ ਕੀ ਆ, ਰਾਜਾ ਰਾਣੀ ਦਾ ਨਾਂ ਕੁਮਾਰ ਦੇਵੀ ਅੰਕਿਤ ਹੈ। ਇੱਕ ਪਾਸੇ ਰਾਜੇ ਦਾ ਨਾਂ ਚੰਦਰਗੁਪਤ ਤੇ ਨਾਲ ਉਹਦਾ ਨਾਂ ਹੈਗਾ ਮਹਾਰਾਣੀ ਦਾ ਨਾਂ ਕੁਮਾਰ ਦੇਵੀ, ਉਹ ਅੰਕਿਤ ਕੀਤੇ ਹੋਏ ਆ। ਠੀਕ ਹੈ ਜੀ। ਕਈ ਵਾਰ ਪੁੱਛਿਆ ਜਾ ਸਕਦਾ ਕਿ ਗੁਪਤ ਸਾਮਰਾਜ ਦੇ ਸਿੱਕਿਆਂ ਦੇ ਉੱਪਰ ਕਿਸ ਦੀ ਮੂਰਤੀ ਹੈ, ਥੱਲੇ ਆਪਸ਼ਨਾਂ ਦੇ ਦਿੱਤੀਆਂ ਜਾਂਦੀਆਂ, ਤਾਂ ਕਰਕੇ ਇਹਨਾਂ ਨੂੰ ਧਿਆਨ 'ਚ ਰੱਖਣਾ ਜ਼ਰੂਰੀ ਹੈ। ਅੱਗੇ ਆ ਜਾਓ ਜੀ। ਵਾਯੂ ਪ੍ਰਾਣ ਹੈ ਜਿਹੜਾ, ਉਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜਿਹੜਾ ਰਾਜ ਹੈ, ਭਾਵ ਉਹਦਾ ਰਾਜ ਹੈ ਜਿਹੜਾ ਰਾਜੇ ਦਾ, ਰਾਜ ਦੇ ਵਿੱਚ ਕੀ ਹੈ, ਗੰਗਾ, ਪ੍ਰਯਾਗ, ਸੰਕੇਤ ਅਤੇ ਮਗਧ ਦੇ ਪ੍ਰਦੇਸ਼ ਸ਼ਾਮਲ ਸੀ। ਵਾਯੂ ਪ੍ਰਾਂਤ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਗੁਪਤ ਸਾਮਰਾਜ ਦੇ ਵਿੱਚ ਜਿਹੜਾ ਚੰਦਰਗੁਪਤ ਪਹਿਲਾ ਰਾਜਾ ਹੈ, ਉਹਦੇ ਸਮੇਂ ਗੰਗਾ, ਪ੍ਰਯਾਗ, ਸੰਕੇਤ ਅਤੇ ਮਗਧ ਦੇ ਪ੍ਰਦੇਸ਼ ਹੈ ਜਿਹੜੇ ਉਹ ਸ਼ਾਮਲ ਸੀਗੇ। ਕਈ ਵਾਰ ਸਾਤੋਂ ਸਿੱਧਾ ਕੁਐਸਚਨ ਪੁੱਛ ਲੈਂਦੇ ਆ ਵੀ ਉਹਦੇ ਸਾਮਰਾਜ ਦੇ ਵਿੱਚ ਕਿਹੜੇ ਕਿਹੜੇ ਪ੍ਰਦੇਸ਼ ਸ਼ਾਮਲ ਸੀ, ਤਾਂ ਕਰਕੇ ਉਹਨੂੰ ਧਿਆਨ 'ਚ ਰੱਖਣਾ। ਚੰਦਰਗੁਪਤ ਪਹਿਲਾ ਜਿਹੜਾ ਉਹ 319 ਈਸਵੀ ਤੋਂ ਵਿੱਚ ਗੁਪਤ ਸੰਮਤ ਸ਼ੁਰੂ ਕਰਦਾ ਹੈ। ਕਈ ਥਾਵਾਂ ਤੇ ਡੇਟ ਸਾਨੂੰ 320 ਮਿਲਦੀ ਹੈ, ਪਰ ਸਾਨੂੰ ਜਿਹੜੀ ਜ਼ਿਆਦਾ ਸਾਇੰਟੀਫਿਕ ਜਾਂ ਜਿਹਨੂੰ ਜ਼ਿਆਦਾ ਇਤਿਹਾਸਕਾਰ ਮੰਨਦੇ ਆ ਉਹ 319 ਈਸਵੀ ਨੂੰ ਮੰਨਦੇ ਆ। ਤਾਂ ਇਹ ਇੱਕ ਸੰਮਤ ਸ਼ੁਰੂ ਕਰਦਾ ਹੈ। ਸੰਮਤ ਹੁੰਦਾ ਇਰਾ। ਠੀਕ ਹੈ ਬੱਚੇ, ਇਰਾ ਜਿਹਨੂੰ ਆਪਾਂ ਕਹਿੰਦੇ ਆ। ਭਾਵ ਕੀ ਹੈ ਕਿ ਆਪਾਂ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਆਪਾਂ ਤੁਸੀਂ ਡਾਇਰੀਆਂ ਦੇਖੋਗੇ ਦੇਸੀ ਮਹੀਨਿਆਂ ਦੀਆਂ ਤੇ ਬਿਕਰਮੀ ਸੰਮਤ ਹੈ, ਠੀਕ ਹੈ, ਕਿਤੇ ਕੋਈ ਸੰਮਤ ਹੈ, ਤਾਂ ਉਵੇਂ ਹੀ ਚੰਦਰਗੁਪਤ ਹੈ ਜਿਹੜਾ ਉਹ ਗੁਪਤ ਸੰਮਤ ਸ਼ੁਰੂ ਕਰਦਾ। ਭਾਵ ਗੁਪਤ ਵੰਸ਼ ਦੇ ਅਕੋਰਡਿੰਗ ਜਿਹੜੀਆਂ ਤਰੀਕਾਂ ਡੇਟਸ ਹੈ ਉਹਨਾਂ ਨੂੰ ਸ਼ੁਰੂ ਕਰਦਾ। ਤੇ ਸਭ ਤੋਂ ਇੰਪੋਰਟੈਂਟ ਕੀ ਘਟਨਾ ਹੁੰਦੀ ਹੈ ਇਸ ਟਾਈਮ ਤੇ ਕਿ ਜਿਹੜਾ ਚੀਨੀ ਯਾਤਰੀ ਇਤ ਸਿੰਘ ਹੈ ਉਹ ਇਹਦੇ ਸਮੇਂ ਭਾਰਤ ਆਉਂਦਾ। ਚੀਨੀ ਯਾਤਰੀ ਹੈ ਇੱਕ, ਇਤ ਸਿੰਘ ਉਹਦਾ ਨਾਮ ਹੈ, ਉਹ ਭਾਰਤ ਦੇ ਵਿੱਚ ਆਉਂਦਾ ਹੈ, ਭਾਰਤ ਦੀ ਯਾਤਰਾ 'ਤੇ ਆਉਂਦਾ ਹੈ। ਮੋਸਟ ਇੰਪੋਰਟੈਂਟ ਹੈ। ਅਤੇ ਇਹਦੀਆਂ ਜਿਹੜੀਆਂ ਰਚਨਾਵਾਂ ਜਾਂ ਇਹਦੀ ਜਿਹੜੀ ਰਚਨਾ, ਉਸ ਤੋਂ ਸਾਨੂੰ ਇਸ ਇਤਿਹਾਸ ਦਾ ਪਤਾ ਚੱਲਦਾ ਹੈ। ਜਿਹੜਾ ਗੁਪਤ ਸਾਮਰਾਜ ਹੈ ਉਹਦਾ ਬਹੁਤੀ ਗਹਿਰਾਈਆਂ ਨਾਲ ਪਤਾ ਲੱਗਦਾ। ਗੁਪਤ ਸਾਮਰਾਜ ਦੀ ਜਾਣਕਾਰੀ ਦਾ ਸਭ ਤੋਂ ਮੁੱਖ ਸਰੋਤ ਕਿਹੜਾ ਜੀ? ਉਹ ਇਲਾਹਾਬਾਦ ਪ੍ਰਸ਼ਸਤੀ ਹੈ। ਇਲਾਹਾਬਾਦ ਪ੍ਰਸ਼ਸਤੀ ਹੈ, ਉਸ ਤੋਂ ਸਾਨੂੰ ਗੁਪਤ ਸਾਮਰਾਜ ਦੀ ਜਾਣਕਾਰੀ ਦਾ ਪਤਾ ਲੱਗਦਾ। ਇਹਦੀ ਰਚਨਾ ਕਿਹਨੇ ਕੀਤੀ ਹੈ ਅੱਗੇ ਆਪਾਂ ਪੜ੍ਹਦੇ ਹਾਂ। ਜੁੜੇ ਰਹੋ ਸਾਡੇ ਨਾਲ ਚੈਨਲ 'ਤੇ, ਦੇਖਦੇ ਰਹੋ। ਬਹੁਤ ਹੀ ਮੋਸਟ ਇੰਪੋਰਟੈਂਟ ਟੌਪਿਕ ਹੈ ਅਤੇ ਬਹੁਤ ਹੀ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਜਿਵੇਂ ਭਾਰਤ ਦਾ ਸੁਨਹਿਰੀ ਯੁੱਗ ਸੀ, ਉਵੇਂ ਇਤਿਹਾਸ ਦਾ ਜਿਹੜਾ ਹੈਗਾ ਸੁਨਹਿਰੀ ਯੁੱਗ ਗੁਪਤ ਸਾਮਰਾਜ ਆਪਾਂ ਕਹਿ ਸਕਦੇ ਹਾਂ ਕਿ ਇਤਿਹਾਸ ਦੇ ਵਿੱਚ ਸੁਨਹਿਰੀ ਯੁੱਗ ਹੈ ਜਿਹੜਾ ਉਹ ਗੁਪਤ ਸਾਮਰਾਜ ਹੈ, ਜਿਹੜਾ ਅੱਗੇ ਲੈ ਕੇ ਜਾਂਦਾ ਸਮਾਜ ਨੂੰ, ਜਿਹੜਾ ਅੱਗੇ ਲੈ ਕੇ ਜਾਂਦਾ ਭਾਰਤ ਨੂੰ, ਭਾਰਤ ਦੀ ਮਹੱਤਤਾ ਨੂੰ। ਅਤੇ ਜਦੋਂ ਇੱਥੇ ਮੰਦਰ ਅਤੇ ਮੂਰਤੀ ਪੂਜਾ ਦਾ ਵਿਸਥਾਰ ਹੋ ਜਾਂਦਾ, ਇੱਕ ਸੰਸਕ੍ਰਿਤੀ ਹੈ ਜਿਹੜੀ ਉਹ ਬਹੁਤ ਹੀ ਵੱਡੇ ਤੌਰ 'ਤੇ ਆਪਾਂ ਕਹਿ ਸਕਦੇ ਹਾਂ ਜਿਹੜੀ ਹੈਗੀ ਆ ਫੈਲਾਅ ਕਰਦੀ ਹੈ ਭਾਰਤ ਦੇ ਵਿੱਚ। ਅਤੇ ਉਹ ਸੰਸਕ੍ਰਿਤੀ ਜਿਹੜੀ ਮੌਜੂਦਾ ਦੌਰ ਦੇ ਵਿੱਚ ਵੀ ਕਿਸੇ ਨਾ ਕਿਸੇ ਹੱਦ ਤੱਕ ਸਾਡੇ ਕੋਲ ਜਿਹੜੀ ਮੰਦਰਾਂ ਦੇ ਵਿੱਚ ਸਾਨੂੰ ਪੂਜਾ ਦੇ ਤੌਰ 'ਤੇ ਦੇਖਣ ਨੂੰ ਮਿਲਦੀ ਹੈ, ਉਹ ਸੰਸਕ੍ਰਿਤੀ ਦੀਆਂ ਜੜ੍ਹਾਂ ਗੁਪਤ ਸਾਮਰਾਜ ਦੇ ਵਿੱਚ ਹੈ। ਅੱਗੇ ਹੈਗਾ ਜੀ ਚੰਦਰਗੁਪਤ ਤੋਂ ਬਾਅਦ ਉਸ ਦਾ ਜਿਹੜਾ ਉੱਤਰਾਧਿਕਾਰੀ ਹੈ ਉਹ ਸਮੁੰਦਰਗੁਪਤ ਹੁੰਦਾ। ਹੁਣ ਦੇਖੋ, ਪਹਿਲਾ ਰਾਜਾ ਸ਼੍ਰੀ ਗੁਪਤ ਸੀ, ਦੂਜਾ ਘਟੋਤਕਚ ਸੀ। ਘਟੋਤਕਚ ਦਾ ਪੁੱਤਰ ਚੰਦਰਗੁਪਤ ਪਹਿਲਾ ਸੀ। ਚੰਦਰਗੁਪਤ ਪਹਿਲੇ ਦਾ ਉੱਤਰਾਧਿਕਾਰੀ ਹੈ ਜਿਹੜਾ ਉਹ ਹੈਗਾ ਉਸਦਾ ਹੀ ਪੁੱਤਰ ਸਮੁੰਦਰਗੁਪਤ, ਜਿਹਦਾ ਟਾਈਮ ਹੈਗਾ ਸਮੁੰਦਰਗੁਪਤ ਦਾ 335 ਈਸਵੀ ਤੋਂ 380 ਈਸਵੀ। ਠੀਕ ਹੈ। ਅੱਗੇ ਹੈਗਾ ਜੀ ਆਪਾਂ ਸਮੁੰਦਰਗੁਪਤ ਬਾਰੇ ਗੱਲ ਕਰਦੇ ਹਾਂ। ਸਮੁੰਦਰਗੁਪਤ ਹੈ ਜਿਹੜਾ ਉਹ 335 ਈਸਵੀ ਦੇ ਵਿੱਚ ਰਾਜਗੱਦੀ 'ਤੇ ਬੈਠਦਾ ਜਦੋਂ ਚੰਦਰਗੁਪਤ ਦੀ ਮੌਤ ਹੋ ਜਾਂਦੀ ਹੈ। ਤਾਂ ਇਹਦੀ ਜਿਹੜੀ ਵਿਸ਼ੇਸ਼ਤਾ ਕੀ ਹੈ? ਚੰਦਰਗੁਪਤ ਪਹਿਲੇ ਦਾ ਜਿਹੜਾ ਹੈਗਾ ਪੁੱਤਰ ਹੈ, ਉਹਦਾ ਬੇਟਾ ਹੈ। ਇਸ ਨੇ ਆਰੀਆਵਰਤ ਦੇ ਇਹਦੀ ਸਭ ਤੋਂ ਵੱਡੀ ਮਹੱਤਤਾ ਅਤੇ ਸਭ ਤੋਂ ਵੱਡੀ ਜਿੱਤ ਹੈ ਜਿਹੜੀ ਗੁਪਤ ਸਾਮਰਾਜ ਨੂੰ ਵਿਸ਼ਾਲ ਜਿਹੜਾ ਸਾਮਰਾਜ ਬਣਾਉਣ ਦੇ ਵਿੱਚ ਮਦਦ ਕਰਦੀ ਹੈ। ਤਾਂ ਆਰੀਆਵਰਤ ਦੇ 9 ਰਾਜਿਆਂ ਨੂੰ ਹਰਾਉਣਾ ਅਤੇ ਦੱਖਣ ਭਾਰਤ ਦੇ 12 ਰਾਜਿਆਂ ਨੂੰ ਹਰਾਉਂਦਾ ਹੈ। ਟੋਟਲ ਜਿਹੜੇ ਰਾਜੇ ਹੈ ਉਹ ਹੈਗੇ ਆ 21 ਰਾਜਿਆਂ ਨੂੰ ਦਾ ਵਿਜੇਤਾ ਇਹਨੂੰ ਮੰਨਿਆ ਜਾਂਦਾ ਸਮੁੰਦਰਗੁਪਤ ਨੂੰ। ਆਰੀਆਵਰਤ ਦੇ 9 ਰਾਜੇ ਅਤੇ ਦੱਖਣ ਭਾਰਤ ਦੇ 12 ਰਾਜਿਆਂ ਨੂੰ ਹਰਾ ਕੇ ਜਿਹੜਾ ਹੈਗਾ ਇਹ ਆਪਦੇ ਸਾਮਰਾਜ ਨੂੰ ਵਿਸਤਾਰ ਕਰਦਾ ਹੈ। ਅਤੇ ਇਸੇ ਕਰਕੇ ਇਹਨੂੰ ਇਤਿਹਾਸਕਾਰ ਜਾਣਦੇ ਆ ਭਾਰਤ ਦੇ ਨਪੋਲੀਅਨ ਦੇ ਨਾਮ ਨਾਲ। ਭਾਰਤ ਦਾ ਨਪੋਲੀਅਨ ਕੌਣ ਹੈ ਜੀ? ਸਮੁੰਦਰਗੁਪਤ ਹੈ। ਉਹਨੂੰ ਕਿਉਂ ਜਾਣਿਆ ਜਾਂਦਾ? ਕਿਉਂਕਿ ਉਹਨੇ ਆਰੀਆਵਰਤ ਦੇ 9 ਰਾਜਿਆਂ ਨੂੰ ਅਤੇ ਦੱਖਣ ਭਾਰਤ ਦੇ 12 ਰਾਜਿਆਂ ਨੂੰ ਹਰਾਇਆ ਸੀ, ਤਾਂ ਕਰਕੇ ਉਹਨੂੰ ਭਾਰਤ ਦਾ ਨਪੋਲੀਅਨ ਕਿਹਾ ਜਾਂਦਾ ਹੈ। ਇਸ ਕਾਲ ਦੇ ਸਿੱਕਿਆਂ ਵਿੱਚ ਸਮੁੰਦਰਗੁਪਤ ਹੈ ਜਿਹੜਾ ਸਬਰਾਜੋ ਛੱਟਾ ਕਿਹਾ ਜਾਂਦਾ। ਉਹਨੂੰ ਸਮੁੰਦਰਗੁਪਤ ਨੂੰ ਹੋਰ ਕੀ ਨਾਮ ਦਿੱਤਾ ਜਾਂਦਾ? ਇੱਕ ਤਰ੍ਹਾਂ ਨਾਲ ਸਿੱਕਿਆਂ ਦੇ ਵਿੱਚ ਸਬਰਾਜੋ ਛੱਟਾ ਨਾਮ ਦਿੱਤਾ ਜਾਂਦਾ। ਠੀਕ ਹੈ ਜੀ। ਅੱਗੇ ਅੱਗੇ ਹੈਗਾ ਆਪਣਾ ਪੁਆਇੰਟ ਹੈ ਜਿਹੜਾ ਸਮੁੰਦਰਗੁਪਤ ਦਾ ਦਰਬਾਰੀ ਕਵੀ ਹਰੀ ਸੇਨ ਹੈ। ਇੱਕ ਮੋਸਟ ਇੰਪੋਰਟੈਂਟ ਕਵੀ ਹੈ ਇਹ, ਬਹੁਤ ਹੀ ਮਹੱਤਤਾ ਰੱਖਦਾ ਗੁਪਤ ਸਾਮਰਾਜ ਦੇ ਵਿੱਚ। ਇਹਨੇ ਕਿਹਦੀ ਰਚਨਾ ਕੀਤੀ ਹੈ? ਇਲਾਹਾਬਾਦ ਪ੍ਰਸ਼ਸਤੀ ਦੀ। ਆਪਾਂ ਪਹਿਲਾਂ ਕਰਕੇ ਹਟੇ ਹਾਂ ਕਿ ਮੁੱਖ ਸਰੋਤ ਹੈ, ਤਾਂ ਇਹ ਮੁੱਖ ਸਰੋਤ ਲਿਖਣ ਵਾਲਾ ਲੇਖਕ ਕੌਣ ਹੈ ਜੀ? ਹਰੀ ਸੇਨ, ਜਿਹੜਾ ਕਿ ਸਮੁੰਦਰਗੁਪਤ ਦਾ ਦਰਬਾਰੀ ਕਵੀ ਹੈ ਅਤੇ ਵਿਸ਼ਨੂੰ ਦਾ ਭਗਤ ਸੀ। ਠੀਕ ਹੈ ਜੀ। ਜਿਹੜਾ ਇਹ ਹੈਗਾ ਸਮੁੰਦਰਗੁਪਤ, ਇਹ ਵਿਸ਼ਨੂੰ ਦਾ ਭਗਤ ਸੀਗਾ। ਹਰੀ ਸੇਨ ਨੇ ਇਲਾਹਾਬਾਦ ਪ੍ਰਸ਼ਸਤੀ ਦੀ ਰਚਨਾ ਕੀਤੀ ਹੈ ਅਤੇ
ਇਸੇ ਰਾਜੇ ਨੇ ਸਮੁੰਦਰਗੁਪਤ ਨੇ ਅਸ਼ਵਮੇਧ ਯੱਗ ਕੀਤਾ। ਸਭ ਤੋਂ ਪਹਿਲਾ ਅਸ਼ਵਮੇਧ ਯੱਗ ਹੈ ਜਿਹੜਾ ਸਾਨੂੰ ਸਾਇੰਟੀਫਿਕ ਤੌਰ ਤੇ ਮਿਲਦਾ ਹੈ ਖਾਸ ਕਰਕੇ ਗੁਪਤ ਸਾਮਰਾਜ ਦੇ ਵਿੱਚ, ਤਾਂ ਉਹ ਹੈਗਾ ਸਮੁੰਦਰਗੁਪਤ ਦੁਆਰਾ ਕੀਤਾ ਜਾਂਦਾ ਅਸ਼ਵਮੇਧ ਯੱਗ। ਅਸ਼ਵਮੇਧ ਯੱਗ ਜਿਹੜੇ ਬੱਚਿਆਂ ਨੂੰ ਨਹੀਂ ਪਤਾ ਕੀ ਹੁੰਦਾ ਸੀ ਕਿ ਪੁਰਾਣੇ ਸਮਿਆਂ ਦੇ ਵਿੱਚ ਇੱਕ ਰਾਜਾ ਜਿਹੜਾ ਹੈਗਾ ਉਹ ਐਲਾਨ ਕਰਕੇ ਅਨਾਉਂਸ ਕਰਕੇ ਜਿਹੜਾ ਹੈਗਾ ਇੱਕ ਘੋੜੇ ਨੂੰ ਛੱਡਦਾ ਸੀ। ਅਸ਼ਵ ਘੋੜੇ ਨੂੰ ਕਿਹਾ ਜਾਂਦਾ ਹੈ। ਇਸ ਕੁਐਸਚਨ ਵੀ ਆਇਆ ਹੋਇਆ ਕਈ ਵਾਰੀ ਵੀ ਅਸ਼ਵ ਦਾ ਅਰਥ ਕੀ ਹੈ ਨਾ, ਤਾਂ ਅਸ਼ਵ ਦਾ ਅਰਥ ਹੁੰਦਾ ਘੋੜਾ। ਤਾਂ ਜਿਹੜਾ ਅਸ਼ਵ ਹੈ ਉਹ ਘੋੜੇ ਨੂੰ ਛੱਡਿਆ ਜਾਂਦਾ, ਅਸ਼ਵ ਨੂੰ ਛੱਡਿਆ ਜਾਂਦਾ, ਤੇ ਜਿਹੜੇ ਇਲਾਕਿਆਂ ਦੇ ਵਿੱਚੋਂ ਲੰਘ ਜਾਂਦਾ ਹੈ ਗੁਜ਼ਰਦਾ ਜਿੱਥੋਂ ਦੀ, ਤਾਂ ਉੱਥੋਂ ਉਹ ਸਾਰੇ ਜਿਹੜੇ ਖੇਤਰ ਹੈ ਰਾਜੇ ਦੇ ਅੰਡਰ ਮੰਨੇ ਜਾਂਦੇ ਆ ਕਿ ਇਹ ਖੇਤਰ ਹੈ ਜਿਹੜੇ ਇਹ ਭਾਵ ਉਸ ਰਾਜੇ ਦੇ ਅੰਡਰ ਹੈ ਜਿਹਨੇ ਅਸ਼ਵਮੇਧ ਯੱਗ ਕੀਤਾ ਹੈ। ਤਾਂ ਜਦੋਂ ਉਹਨੂੰ ਕੋਈ ਘੋੜੇ ਨੂੰ ਫੜਦਾ ਹੈ ਜਾਂ ਕੋਈ ਚੈਲੰਜ ਕਰਦਾ ਹੈ ਘੋੜੇ ਨੂੰ ਜਾਂ ਆਪਦੇ ਇਲਾਕੇ 'ਚ ਵੜਨ ਤੋਂ ਰੋਕਦਾ ਜਾਂ ਉਹਨੂੰ ਫੜਦਾ ਹੈ, ਤਾਂ ਉਦੋਂ ਫਿਰ ਯੁੱਧ ਹੁੰਦਾ ਹੈ। ਠੀਕ ਹੈ ਜੀ, ਤਾਂ ਉਹ ਯੁੱਧ ਹੈ ਜਿਹੜਾ ਉਹ ਯੁੱਧ ਦਾ ਵਿਜੇਤਾ ਜਿਹੜਾ ਹੁੰਦਾ ਫਿਰ ਉਹ ਆਟੋਮੈਟਿਕ ਇਹ ਹੈ ਕਿ ਅਸ਼ਵਮੇਧ ਯੱਗ ਕਰਦਾ ਹੀ ਉਹ ਰਾਜਾ ਸੀਗਾ ਜਿਹਨੂੰ ਇਹ ਪੂਰਨ ਵਿਸ਼ਵਾਸ ਹੁੰਦਾ ਸੀ ਕਿ ਹੁਣ ਉਹਨੂੰ ਕੋਈ ਟੱਕਰ ਦੇਣ ਵਾਲਾ ਉਹਦੇ ਇੰਨੇ ਇਲਾਕਿਆਂ 'ਚ ਹੈ ਨਹੀਂਗਾ। ਤਾਂ ਇਹ ਜਿਹੜਾ ਹੈਗਾ ਅਸ਼ਵਮੇਧ ਯੱਗ ਦਾ ਰਹੱਸ ਹੈ, ਇਹ ਉਹਦੀ ਭਾਵ ਆਪਾਂ ਕਹਿ ਸਕਦੇ ਹਾਂ ਕਿ ਵਿਚਾਰ ਹੈ ਜਿਹੜੇ ਉਹਦੀ ਇੱਕ ਅਰਥ ਤੇ ਉਹਦਾ ਜਿਹੜਾ ਉਹਨੂੰ ਕਿਉਂ ਕਰਦੇ ਸੀ ਅਸ਼ਵਮੇਧ ਯੱਗ ਨੂੰ, ਉਹ ਸਾਰਾ ਇਹ ਤੁਹਾਨੂੰ ਜਿਹੜੀ ਕਹਾਣੀ ਟਾਈਪ ਸਟੋਰੀ ਦੱਸੀ ਗਈ ਹੈ। ਤਾਂ ਇਹਨੇ ਕੀ ਕੀਤਾ, ਅਸ਼ਵਮੇਧ ਯੱਗ ਕਰਵਾਇਆ ਤੇ ਸੋਨੇ ਦੇ ਸਿੱਕੇ ਜਾਰੀ ਕੀਤੇ ਆ। ਠੀਕ ਹੈ ਜੀ, ਇਹਨਾਂ ਸਿੱਕਿਆਂ ਉੱਪਰ ਘੋੜੇ ਅਤੇ ਯੱਗ ਦੀ ਮੂਰਤੀ ਅੰਕਿਤ। ਹੁਣ ਸਾਨੂੰ ਕਿਵੇਂ ਪਤਾ ਲੱਗਿਆ ਵੀ ਇਹਨੇ ਅਸ਼ਵਮੇਧ ਯੱਗ ਕਰਾਇਆ ਸੀ? ਕਿਉਂਕਿ ਇਸ ਨੇ ਸਿੱਕੇ ਜਾਰੀ ਕੀਤੇ ਸੋਨੇ ਦੇ ਜਿਨ੍ਹਾਂ ਦੇ ਉੱਪਰ ਘੋੜੇ ਅਤੇ ਯੱਗ ਦੀ ਮੂਰਤੀ ਹੈ, ਜਿੱਥੋਂ ਸਾਨੂੰ ਪਤਾ ਲੱਗਦਾ ਕਿ ਇਸ ਨੇ ਅਸ਼ਵਮੇਧ ਯੱਗ ਕਰਵਾਇਆ ਸੀ। ਭਾਵ ਕਿ ਜਦੋਂ ਯੱਗ ਸਫਲ ਹੁੰਦਾ ਤਾਂ ਇਹਦਾ ਰਾਜ ਹੈ ਜਿਹੜਾ ਉਹ ਇੰਨਾ ਵਿਸ਼ਾਲ ਹੁੰਦਾ, ਤਾਂ ਉਹ ਉਹਨਾਂ ਦੀ ਖੁਸ਼ੀ ਦੇ ਵਿੱਚ ਸੋਨੇ ਦੇ ਸਿੱਕੇ ਜਾਰੀ ਕਰਦਾ ਹੈ। ਅੱਗੇ ਹੈਗਾ ਜੀ ਇਸ ਦੇ ਦਰਬਾਰ ਦੇ ਪ੍ਰਸਿੱਧ ਬੋਧੀ ਵਿਦਵਾਨ ਹੈ ਜਿਹੜੇ ਅਸੰਗ ਅਤੇ ਵਾਸੂਦੇਵ ਸਨ। ਬੋਧੀ ਵਿਦਵਾਨ ਹੈ ਭਾਵ ਕੀ ਹੈ, ਬੁੱਧ ਧਰਮ ਨੂੰ ਮੰਨਣ ਵਾਲੇ ਵਿਦਵਾਨ ਹੈ ਜਿਹੜੇ ਉਹ ਅਸੰਗ ਅਤੇ ਵਾਸੂਦੇਵ ਹੈ। ਇਹਨਾਂ ਦੀਆਂ ਰਚਨਾਵਾਂ ਜਿਹੜੀਆਂ ਹੈਗੀਆਂ ਉਹ ਬਹੁਤ ਮਹੱਤਵਪੂਰਨ। ਆਪਾਂ ਅੱਗੇ ਪੜ੍ਹਦੇ ਹਾਂ। ਅਸੰਗ ਨੇ ਮਹਾਯਾਨ ਤੇ ਵਾਸੂਦੇਵ ਨੇ ਅਭਿਧਮਕ ਨਾਮੀ ਬੋਧੀ ਗ੍ਰੰਥ ਲਿਖਿਆ। ਅਸੰਗ ਹੈ ਜਿਹੜਾ ਬੋਧੀ ਵਿਦਵਾਨ, ਉਹਨੇ ਮਹਾਯਾਨ ਦਾ ਨਾਂ ਦਾ ਗ੍ਰੰਥ ਲਿਖਿਆ, ਤੇ ਵਾਸੂਦੇਵ ਹੈ ਜਿਹੜਾ ਉਹਨੇ ਅਭਿਧਮਕ ਨਾਮ ਬੋਧੀ ਗ੍ਰੰਥ ਲਿਖਿਆ। ਇਹ ਵੀ ਸਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਕਿ ਉਹਨਾਂ ਦੀਆਂ ਰਚਨਾਵਾਂ ਕਿਹੜੀਆਂ ਸੀ, ਜਾਂ ਗੁਪਤ ਸਾਮਰਾਜ ਦੇ ਵਿੱਚ ਮਹੱਤਵਪੂਰਨ ਬੋਧੀ ਵਿਦਵਾਨ ਜਿਹੜੇ ਜਾਂ ਮੁੱਖ ਬੋਧੀ ਵਿਦਵਾਨ ਕੌਣ ਸੀ? ਅਸੰਗ ਅਤੇ ਵਾਸੂਦੇਵ। ਉਹਨਾਂ ਦੀਆਂ ਰਚਨਾਵਾਂ ਮਹਾਯਾਨ ਤੇ ਅਭਿਧਮਕ। ਸੋ ਆਪਣਾ ਜਿਹੜਾ ਹੈਗਾ ਇਹ ਟੌਪਿਕ ਇੱਥੋਂ ਤੱਕ ਚਲਿਆ ਗਿਆ। ਅੱਗੇ ਆਪਣਾ ਜਿਹੜਾ ਹੈਗਾ ਸਿੱਕਿਆਂ ਦੇ ਉੱਪਰ ਇਹਨੇ ਕੀ ਕੀਤਾ ਹੈਗਾ, ਸਿੱਕਿਆਂ ਦੇ ਉੱਪਰ ਇਸ ਨੇ ਸਮੁੰਦਰਗੁਪਤ ਨੂੰ ਬੀਣਾ ਵਜਾਉਂਦੇ ਜਿਹੜਾ ਹੈਗਾ ਦਰਸਾਇਆ ਗਿਆ। ਸਿੱਕੇ ਆ ਜਿਹੜੇ ਇਸ ਦੇ ਟਾਈਮ ਤੇ ਜਾਰੀ ਹੋਏ ਵੇ, ਸਮੁੰਦਰਗੁਪਤ ਨੇ ਜਦੋਂ ਸਿੱਕੇ ਜਾਰੀ ਕੀਤੇ ਆ ਤਾਂ ਉਹਦੇ ਤੇ ਕਈਆਂ ਸਿੱਕਿਆਂ ਦੇ ਉੱਪਰ ਇਹ ਬੀਣਾ ਵਜਾ ਰਿਹਾ, ਵੀਣਾ ਨੂੰ ਵਜਾ ਰਿਹਾ, ਜਿੱਥੋਂ ਸਾਨੂੰ ਪਤਾ ਲੱਗਦਾ ਕਿ ਸੰਗੀਤ ਦਾ ਪ੍ਰੇਮੀ ਸੀ ਤੇ ਬੀਣਾ ਵਜਾਉਣ ਦਾ ਸ਼ੌਂਕ ਰੱਖਦਾ। ਇਹ ਕੁਐਸਚਨ ਸਾਨੂੰ UGC ਦੇ ਵਿੱਚ, UPSC ਦੇ ਵਿੱਚ, ਹੋਰ IAS ਲੈਵਲ ਦੇ ਟਾਈਪ ਬਹੁਤ ਹੀ ਟੌਪ ਪੇਪਰਾਂ ਦੇ ਵਿੱਚ ਤੇ CTET PTET ਦੇ ਵਿੱਚ ਪਤਾ ਨਹੀਂ ਕਿੰਨੇ ਵਾਰ ਆ ਚੁੱਕਿਆ, ਵਾਧੂ ਵਾਰ ਇਹ ਕੁਐਸਚਨ ਆਪਾਂ ਨੂੰ ਆ ਚੁੱਕਿਆ। ਸੋ ਵੀਣਾ ਵਜਾਉਣ ਦਾ ਸ਼ੌਂਕ ਕੌਣ ਰੱਖਦਾ ਸੀ? ਸਮੁੰਦਰਗੁਪਤ। ਠੀਕ ਹੈ ਜੀ, ਵੀਣਾ ਵਜਾਉਣ ਵਾਲੇ ਰਾਜੇ ਦਾ ਸੰਬੰਧ ਕਿਸ ਸਾਮਰਾਜ ਨਾਲ ਸੀ? ਗੁਪਤ ਸਾਮਰਾਜ ਨਾਲ। ਸੋ ਇਹ ਚੀਜ਼ਾਂ ਨੂੰ ਧਿਆਨ 'ਚ ਰੱਖਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਸਿੱਕਿਆਂ ਉੱਪਰ ਤੀਰ ਕਮਾਨ ਚਲਾਉਂਦੇ, ਸ਼ਿਕਾਰ ਖੇਡਦੇ ਤੇ ਕੁਹਾੜੀ ਫੜੇ ਵੀ ਦਿਖਾਇਆ ਗਿਆ। ਹੋਰ ਕਿਹੋ ਜਿਹੇ ਸਿੱਕੇ ਮਿਲਦੇ ਆ ਸਾਨੂੰ ਕਿ ਜਿਹੜਾ ਸਮੁੰਦਰਗੁਪਤ ਆ ਉਹ ਕਿਤੇ ਤੀਰ ਕਮਾਨ ਚਲਾ ਰਿਹਾ, ਸ਼ਿਕਾਰ ਖੇਡ ਰਿਹਾ, ਤੇ ਕਿਤੇ ਕੁਹਾੜੀ ਫੜੀ ਖੜਾ। ਠੀਕ ਹੈ, ਕਿਤੇ ਕੁਹਾੜੀ ਫੜ ਕੇ ਜਿਹੜਾ ਹੈਗਾ ਖੜਾ ਸਿੱਕਿਆਂ ਦੇ ਉੱਪਰ ਦਿਖਾਇਆ ਗਿਆ। ਇਸ ਤਰ੍ਹਾਂ ਦੇ ਸਿੱਕੇ ਜਾਰੀ ਕੀਤੇ। ਸਭ ਤੋਂ ਵੱਧ ਸਿੱਕੇ ਆ ਜਿਹੜੇ ਗੁਪਤ ਸਾਮਰਾਜ ਜਾਰੀ ਕਰਦਾ ਹੈ ਪ੍ਰਾਚੀਨ ਭਾਰਤ ਦੇ ਵਿੱਚ। ਇਹ ਤੁਸੀਂ ਗੱਲ ਨੋਟ ਰੱਖਿਓ। ਸੋਨੇ ਤੇ ਚਾਂਦੀ ਦੇ ਖਾਸ ਕਰਕੇ ਸਭ ਤੋਂ ਬਹੁਤ ਹੀ ਵੱਧ ਮਾਤਰਾ ਦੇ ਵਿੱਚ ਜਾਰੀ ਹੁੰਦੇ ਆ, ਤੇ ਤਾਂ ਕਰਕੇ ਇਹਨੂੰ ਗੁਪਤ ਕਾਲ ਨੂੰ ਜਿਹੜਾ ਹੈਗਾ ਭਾਰਤ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ, ਕਿਉਂਕਿ ਟ੍ਰੇਡ ਜਿਹੜਾ ਹੈਗਾ ਸੰਸਾਰ ਪੱਧਰ ਤੇ ਜਿਹੜੀ ਹੈਗੀ ਹੈ ਪ੍ਰਸ਼ਾਸਨਿਕ ਵਿਵਸਥਾ ਉਹ ਬਹੁਤ ਵਧੀਆ ਹੁੰਦੀ ਹੈ ਇਸ ਟਾਈਮ 'ਤੇ। ਠੀਕ ਹੈ, ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਆਪਾਂ ਕਾਫੀ ਟਾਈਮ ਬਾਅਦ, ਅਸ਼ੋਕ ਤੋਂ ਬਾਅਦ ਕਿੰਨੇ ਸਾਲਾਂ, 100 ਸਾਲਾਂ ਦਾ ਗੈਪ ਹੈ ਜਿਹੜਾ ਉਹਨੂੰ ਕਵਰ ਕਰਕੇ ਜਿਹੜਾ ਇੱਕ ਸਾਨੂੰ ਸਾਇੰਟੀਫਿਕ ਤੇ ਮਜ਼ਬੂਤ ਸਾਮਰਾਜ ਮਿਲਦਾ ਮੌਰੀਆ ਸਾਮਰਾਜ ਤੋਂ ਬਾਅਦ, ਤਾਂ ਉਹ ਸਾਡੇ ਕੋਲੇ ਗੁਪਤ ਸਾਮਰਾਜ ਹੈ। ਸੋ ਇਸ ਕਰਕੇ ਇਹਨੂੰ ਭਾਰਤ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ। ਖਾਸ ਕਰਕੇ ਵਿਦੇਸ਼ੀ ਹੈ ਜਿਹੜੇ ਉਹ ਆਪਣੇ ਤੋਂ ਜਿਹੜੀਆਂ ਚੀਜ਼ਾਂ ਨਿਰਯਾਤ ਕਰਦੇ, ਆਯਾਤ ਕਰਦੇ ਆ, ਮਸਾਲੇ ਵਗੈਰਾ ਆਪਾਂ ਅੱਗੇ ਪੜ੍ਹਾਂਗੇ ਅਗਲੀ ਕਲਾਸ ਦੇ ਵਿੱਚ, ਤਾਂ ਉਹਨਾਂ ਕਰਕੇ ਜਿਹੜਾ ਹੈਗਾ ਸੋਨਾ ਭਾਰਤ ਦੇ ਵਿੱਚ ਆਉਂਦਾ ਹੈ, ਤੇ ਭਾਰਤ ਆ ਜਿਹੜਾ ਸੋਨੇ ਦੀ ਚਿੜੀ, ਜਾਂ ਭਾਰਤ ਨੂੰ ਜਿਹੜਾ ਹੈਗਾ ਗੁਪਤ ਕਾਲ ਨੂੰ ਭਾਰਤ ਦਾ ਸੁਨਹਿਰੀ ਯੁੱਗ ਇਹ ਨਾਮ ਇਤਿਹਾਸਕਾਰ ਦਿੰਦੇ ਆ। ਸਮੁੰਦਰਗੁਪਤ ਨੇ ਵਿਕਰਮਾਦਿੱਤਿਆ ਤੇ ਕਵਿਰਾਜ ਦੀਆਂ ਉਪਾਧੀਆਂ ਧਾਰਨ ਕੀਤੀਆਂ। ਹੁਣ ਦੇਖੋ ਜੀ, ਸਮੁੰਦਰਗੁਪਤ ਨੇ ਇੱਕ ਵਿਕਰਮਾਦਿੱਤਿਆ ਦੀ ਉਪਾਧੀ ਧਾਰਨ ਕੀਤੀ ਹੈ, ਇੱਕ ਕੀਤੀ ਹੈ ਕਵਿਰਾਜ। ਕਵਿਰਾਜ ਕੀ ਹੈ? ਭਾਵ ਸੰਗੀਤ ਪ੍ਰੇਮੀ ਕਰਕੇ। ਵਿਕਰਮਾਦਿੱਤਿਆ ਦੀ ਉਪਾਧੀ ਹੈ ਉਹਦੀ ਜਿਹੜੀ ਹੈਗੀ ਹੈ ਮਹਾਨਤਾ, ਉਹਦੀ ਸ੍ਰੇਸ਼ਟਤਾ, ਉਹਦੀਆਂ ਜਿੱਤਾਂ ਕਰਕੇ। ਅੱਗੇ ਹੈਗਾ ਜੀ ਸਾਨੂੰ
ਇਹਦਾ ਉੱਤਰਾਧਿਕਾਰੀ ਹੈ ਜਿਹੜਾ ਉਹ ਚੰਦਰਗੁਪਤ ਦੂਜਾ ਹੁੰਦਾ ਹੈ। ਹੁਣ ਦੇਖੋ ਜਦੋਂ ਸਮੁੰਦਰਗੁਪਤ ਤੋਂ ਬਾਅਦ ਉੱਤਰਾਧਿਕਾਰੀ ਹੁੰਦਾ ਹੈ ਉਹ ਹੁੰਦਾ ਚੰਦਰਗੁਪਤ ਦੂਜਾ। ਇੱਕ ਚੰਦਰਗੁਪਤ ਪਹਿਲਾ ਸੀ, ਇਹ ਚੰਦਰਗੁਪਤ ਦੂਜਾ। 380 ਈਸਵੀ ਵਿੱਚ ਰਾਜਗੱਦੀ ਤੇ ਬੈਠਦਾ। ਚੰਦਰਗੁਪਤ ਦੂਜੇ ਦੇ ਸਮੇਂ ਚੀਨੀ ਯਾਤਰੀ ਜਿਹੜਾ ਫਾਹਿਆਨ, ਮੋਸਟ ਇੰਪੋਰਟੈਂਟ ਹੈ। ਫਾਹਿਆਨ ਕਦੋਂ ਭਾਰਤ ਆਇਆ? ਚੀਨੀ ਯਾਤਰੀ ਫਾਹਿਆਨ ਕਦੋਂ ਭਾਰਤ ਆਇਆ? ਫਾਹਿਆਨ ਕਿੱਥੋਂ ਦਾ ਵਾਸੀ ਸੀ? ਠੀਕ ਹੈ, ਫਾਹਿਆਨ ਦੇ ਵੇਲੇ ਭਾਰਤ ਵਿੱਚ ਕਿਸ ਦਾ ਰਾਜ ਸੀ? ਤਾਂ ਚੰਦਰਗੁਪਤ ਦੂਜਾ ਜਿਹੜਾ ਉਸ ਦੇ ਟਾਈਮ ਤੇ ਚੀਨ ਦਾ ਇੱਕ ਯਾਤਰੀ ਹੈ ਜਿਹੜਾ ਉਹ ਭਾਰਤ ਦੇ ਵਿੱਚ ਆਉਂਦਾ, ਜਿਹੜਾ ਫਾਹਿਆਨ ਹੈ। ਠੀਕ ਹੈ ਜੀ, ਜਿਹੜਾ ਬੁੱਧ ਧਰਮ ਨੂੰ ਅਪਣਾਉਂਦਾ ਉਹਨੂੰ ਡਿਵੈਲਪ ਕਰਦਾ ਹੈ। ਅੱਗੇ ਜਿਹੜੀਆਂ ਹੈਗੀਆਂ ਆਪਦੀਆਂ ਰਚਨਾਵਾਂ ਦੇ ਵਿੱਚ ਜਿਹੜਾ ਹੈਗਾ ਭਾਰਤੀ ਸਾਮਰਾਜ, ਭਾਰਤੀ ਸਮਾਜਿਕ ਵਿਵਸਥਾ, ਭਾਰਤੀ ਰਾਜਨੀਤਿਕ ਵਿਵਸਥਾ, ਭਾਰਤ ਦੀ ਆਰਥਿਕ ਸਥਿਤੀ ਹੈ ਜਿਹੜੀ ਉਹ ਸਾਰੀਆਂ ਬਾਰੇ ਉਹਨਾਂ ਨੂੰ ਬੜੇ ਹੀ ਵਿਚਾਰ ਦੇ ਨਾਲ ਖੋਲ੍ਹ ਕੇ ਸਾਡੇ ਸਾਹਮਣੇ ਲਿਆਉਂਦਾ। ਅਤੇ ਸਾਡੇ ਕੋਲ ਜਿਹੜਾ ਪ੍ਰਮਾਣਿਕ ਸਰੋਤ ਹੈ ਏਸ਼ੀਅੰਟ ਹਿਸਟਰੀ ਦਾ, ਪ੍ਰਾਚੀਨ ਭਾਰਤ ਦਾ, ਉਹ ਸਾਨੂੰ ਇਹ ਦਿੰਦਾ। ਬਹੁਤ ਹੀ ਮਹਾਨ ਜਿਹੜਾ ਹੈਗਾ ਇਹਦੀਆਂ ਰਚਨਾਵਾਂ, ਇਹਦੇ ਸਰੋਤ ਹੈ। ਤੋਂ ਅੱਗੇ ਹੈਗਾ ਜੀ ਸਾਡੇ ਕੋਲੇ ਸ਼ਕਾਂ ਨੂੰ, ਜਿਹੜੇ ਸ਼ਕ ਹੈ ਜਿਹਦੇ ਵਿੱਚ ਕਨਿਸ਼ਕ ਪਹਿਲਾਂ ਹੁੰਦਾ। ਠੀਕ ਹੈ ਜੀ, ਉਵੇਂ ਸ਼ਕ ਹੈ ਜਿਹੜਾ ਸ਼ਕ ਵੰਸ਼ ਕਨਿਸ਼ਕ ਇਹਦੇ ਵਿੱਚ ਪਹਿਲਾਂ ਹੁੰਦਾ। ਅਤੇ ਸ਼ਕਾਂ ਨੂੰ ਜਿਹੜਾ ਜਿੱਤ ਕੇ ਚੰਦਰਗੁਪਤ ਦੂਜੇ ਨੇ ਚਾਂਦੀ ਦੇ ਸਿੱਕੇ ਜਾਰੀ ਕੀਤੇ। ਜਦੋਂ ਸ਼ਕ ਹੈ ਜਿਹੜੇ ਉਹਦੇ ਉੱਤਰਾਧਿਕਾਰੀ ਹੈ ਕਨਿਸ਼ਕ ਤੋਂ ਬਾਅਦ 'ਚ, ਉਹਨਾਂ ਰਾਜਿਆਂ ਨੂੰ ਜਿੱਤ ਕੇ ਜਿਹੜਾ ਹੈਗਾ ਇਹ ਚਾਂਦੀ ਦੇ ਸਿੱਕੇ ਜਾਰੀ ਕਰਦਾ। ਕਾਲੀਦਾਸ ਇਸ ਸਮੇਂ ਮੋਸਟ ਇੰਪੋਰਟੈਂਟ ਹੈ, ਕਵੀ ਹੈ। ਉਹਦੇ ਸਣੇ ਇਹਦੇ 9 ਰਤਨ ਹੈ ਦਰਬਾਰ ਦੇ ਵਿੱਚ। ਠੀਕ ਹੈ ਜੀ, ਇੱਕ ਅਕਬਰ ਦੇ ਰਤਨ ਹੈ, ਇੱਕ ਚੰਦਰਗੁਪਤ ਦੂਜੇ ਦੇ ਰਤਨ ਹੈ ਜਿਹੜੇ ਮੋਸਟ ਇੰਪੋਰਟੈਂਟ ਹੈ। ਮੱਧ ਕਾਲ ਦੇ ਵਿੱਚ ਅਕਬਰ ਦੇ ਅਤੇ ਪ੍ਰਾਚੀਨ ਭਾਰਤ ਦੇ ਇਤਿਹਾਸ ਵਿੱਚ ਚੰਦਰਗੁਪਤ ਦੂਜੇ ਦੇ। ਕਾਲੀਦਾਸ ਸਮੇਤ ਟੋਟਲ 9 ਰਤਨ ਹੈ ਇਹਦੇ ਦਰਬਾਰ ਦੇ ਵਿੱਚ। ਕਾਲੀਦਾਸ ਦੀਆਂ ਰਚਨਾਵਾਂ ਆਪਾਂ ਅੱਗੇ ਜਾ ਕੇ ਕਰਦੇ ਹਾਂ ਗੱਲ। ਗੁਪਤ ਸਾਮਰਾਜ ਹੈ ਜਿਹੜਾ ਹਿਮਾਲਿਆ ਤੋਂ ਲੈ ਕੇ ਨਰਮਦਾ ਨਦੀ ਅਤੇ ਬੰਗਾਲ ਤੋਂ ਲੈ ਕੇ ਅਰਬ ਸਾਗਰ ਤੱਕ ਜਿਹੜਾ ਹੈਗਾ ਫੈਲਿਆ ਹੋਇਆ ਸੀ। ਹੁਣ ਗੁਪਤ ਸਾਮਰਾਜ ਦੀ ਵਿਸ਼ਾਲਤਾ ਦੇਖੋ, ਉੱਪਰ ਜੇ ਮੈਪ ਦੇਖੋਗੇ ਤੁਸੀਂ ਭਾਰਤ ਦਾ, ਹਿਮਾਲਿਆ ਤੋਂ ਲੈ ਕੇ ਨੀਚੇ ਨਰਮਦਾ ਨਦੀ ਤੱਕ, ਅਤੇ ਇੱਧਰ ਪੂਰਬ ਦੇ ਵਿੱਚ ਬੰਗਾਲ ਤੱਕ ਅਤੇ ਅਰਬ ਸਾਗਰ ਤੱਕ ਇੱਧਰਲੀ ਸਾਈਡ ਫੈਲਿਆ ਹੋਇਆ ਸੀ। ਟੋਟਲੀ ਜਿਹੜਾ ਹੈਗਾ 80-90% ਆਪਾਂ ਕਹਿ ਸਕਦੇ ਹਾਂ ਕਿ ਭਾਰਤ ਆ ਜਿਹੜਾ ਇਹਦੇ ਕਵਰ ਦੇ ਵਿੱਚ ਸੀਗਾ। ਅੱਗੇ ਹੈਗਾ ਜੀ ਚੰਦਰਗੁਪਤ ਦੂਜੇ ਦਾ ਉੱਤਰਾਧਿਕਾਰੀ ਕੁਮਾਰਗੁਪਤ ਹੁੰਦਾ। ਕੁਮਾਰਗੁਪਤ ਹੈ ਪਹਿਲਾ, ਜਾਂ ਇਹਨੂੰ ਕਿਹਾ ਜਾਂਦਾ ਗੋਬਿੰਦ ਗੁਪਤ। ਇਹਦੇ 2 ਨਾਮ ਮਿਲਦੇ ਆ ਸਾਨੂੰ ਇਤਿਹਾਸ ਦੇ ਵਿੱਚ। ਚੰਦਰਗੁਪਤ ਦਾ ਉੱਤਰਾਧਿਕਾਰੀ ਹੈ ਜਿਹੜਾ ਕੁਮਾਰਗੁਪਤ ਪਹਿਲਾ ਜਾਂ ਗੋਬਿੰਦ ਗੁਪਤ। 415 ਤੋਂ 54 ਈਸਵੀ ਤੱਕ ਇਹਦਾ ਸ਼ਾਸਨ ਰਹਿੰਦਾ। ਇਹਦੀ ਸਭ ਤੋਂ ਮੋਸਟ ਇੰਪੋਰਟੈਂਟ ਹੈ ਜਿਹੜਾ ਇਹਦਾ ਕੰਮ ਕੀਤਾ ਹੋਇਆ ਕੁਮਾਰਗੁਪਤ ਦਾ, ਉਹ ਹੈਗਾ ਜੀ ਨਾਲੰਦਾ ਵਿਸ਼ਵ ਵਿਦਿਆਲਿਆ ਦੀ ਸਥਾਪਨਾ ਕਰ। ਇਨਫੋਰਮੇਸ਼ਨ ਹੈ ਤਕਸ਼ਲਾ ਯੂਨੀਵਰਸਿਟੀ ਹੈ ਜਿਹੜੀ ਉਹ ਮੌਰੀਆ ਸਾਮਰਾਜ ਦੇ ਸਮੇਂ ਹੈ, ਅਤੇ ਜਿਹੜੀ ਨਾਲੰਦਾ ਯੂਨੀਵਰਸਿਟੀ ਹੈ, ਨਾਲੰਦਾ ਵਿਸ਼ਵ ਵਿਦਿਆਲਿਆ, ਉਹਦੀ ਸਥਾਪਨਾ ਕੁਮਾਰਗੁਪਤ ਕਰਦਾ। ਇਸ ਤੋਂ ਬਾਅਦ ਹੈ ਜਿਹੜਾ ਉਹ ਸਕੰਦਗੁਪਤ ਰਾਜਾ ਬਣਦਾ 455 ਈਸਵੀ ਤੋਂ 467 ਈਸਵੀ 'ਚ। ਠੀਕ ਹੈ ਜੀ, ਸਕੰਦਗੁਪਤ ਜਿਹੜਾ 455 ਤੋਂ 467 ਈਸਵੀ ਦੇ ਵਿੱਚ ਰਾਜਾ ਬਣਦਾ ਗਾ, ਜਿਹਦਾ ਰਾਜ ਅਤੇ ਸਾਮਰਾਜ ਆਪਾਂ ਉਹਦੇ ਬਾਰੇ ਅੱਗੇ ਗੱਲ ਕਰਦੇ ਹਾਂ। ਉਹਦੇ ਜਿਹੜੇ ਮੇਨ ਕੰਮ ਹੈ, ਸਭ ਤੋਂ ਇੰਪੋਰਟੈਂਟ ਕੰਮ ਹੈ, ਸਕੰਦਗੁਪਤ ਗਿਰਨਾਰ ਪਰਬਤ 'ਤੇ ਬਣੀ ਸੁਦਰਸ਼ਨ ਝੀਲ ਦੀ ਮੁਰੰਮਤ ਕਰਵਾਉਂਦਾ। ਹੁਣ ਦੇਖੋ ਸੁਦਰਸ਼ਨ ਝੀਲ ਨੂੰ ਬਣਾਇਆ ਕਿਹਨੇ ਹੈ? ਪੁਸ਼ਪਗੁਪਤ ਨੇ। ਰਾਜਾ ਉਸ ਟਾਈਮ 'ਤੇ ਸੀਗਾ ਚੰਦਰਗੁਪਤ ਮੌਰੀਆ, ਆਪਾਂ ਪਿਛਲੀਆਂ ਕਲਾਸਾਂ ਦੇ ਵਿੱਚ ਕਰਕੇ ਹਟੇ ਹਾਂ। ਇਹਦਾ ਨਿਰਮਾਣ ਕਰਨ ਵਾਲਾ ਕੌਣ ਹੈ? ਸੁਦਰਸ਼ਨ ਝੀਲ ਦਾ ਚੰਦਰਗੁਪਤ ਮੌਰੀਆ ਦਾ ਇੱਕ ਅਧਿਕਾਰੀ ਹੈ ਪੁਸ਼ਪਗੁਪਤ। ਠੀਕ ਹੈ ਜੀ, ਇਹ ਭਾਵ ਨਿਰਮਾਣ ਕਰਵਾਉਂਦਾ ਚੰਦਰਗੁਪਤ ਮੌਰੀਆ, ਕਰਦਾ ਪੁਸ਼ਪਗੁਪਤ ਹੈ, ਉਹਦੀ ਅਗਵਾਈ ਦੇ ਵਿੱਚ ਹੁੰਦਾ। ਤਾਂ ਅੱਗੇ ਹੈਗਾ ਜੀ ਸਕੰਦਗੁਪਤ ਹੈ ਜਿਹੜਾ, ਇਹ ਹੂਣਾਂ ਦੇ ਹਮਲੇ ਸ਼ੁਰੂ ਹੋ ਗਏ ਇਸ ਟਾਈਮ 'ਤੇ। ਸਭ ਤੋਂ ਪਹਿਲਾਂ ਜਿਹੜੇ ਹਮਲੇ ਆ ਉਹ ਕਿਹੜੇ ਰਾਜੇ ਦੇ ਸਮੇਂ ਸ਼ੁਰੂ ਹੋਏ ਆ? ਹੂਣਾਂ ਦੇ। ਸਕੰਦਗੁਪਤ ਦੇ ਟਾਈਮ 'ਤੇ। ਤਾਂ ਸਕੰਦਗੁਪਤ ਦੇ ਟਾਈਮ 'ਤੇ 2 ਘਟਨਾਵਾਂ ਇੰਪੋਰਟੈਂਟ ਹੈ। ਇੱਕ ਤਾਂ ਸੁਦਰਸ਼ਨ ਝੀਲ ਦੀ ਮੁਰੰਮਤ ਕਰਵਾਉਂਦਾ ਜਿਹੜੀ ਪਹਿਲਾਂ ਬਣੀ ਹੋਈ ਹੈ। ਦੂਜੀ ਘਟਨਾ ਇਹ ਹੈ ਕਿ ਇਦੋਂ ਪਹਿਲਾਂ ਹੂਣਾਂ ਦੇ ਹਮਲੇ ਨਹੀਂ ਹੋਏ ਭਾਰਤ 'ਤੇ। ਤਾਂ ਸਭ ਤੋਂ ਪਹਿਲਾਂ ਜਿਹੜੇ ਹੈਗੇ ਆ ਸਕੰਦਗੁਪਤ ਦੇ ਸਮੇਂ ਹੂਣਾਂ ਦੇ ਹਮਲੇ ਸ਼ੁਰੂ ਹੁੰਦੇ ਆ। ਤਾਂ ਇਹ ਉਹਨਾਂ ਨੂੰ ਚੰਗੀ ਧੂਲ ਚਟਾਉਂਦਾ, ਉਹਨਾਂ ਨੂੰ ਵਾਪਸ ਭੇਜਦਾ, ਉਹਨਾਂ ਦਾ ਜਿਹੜਾ ਹੈਗਾ ਬਰਾਬਰੀ ਕਰਦਾ, ਮੁਕਾਬਲਾ ਕਰਦਾ। ਭਾਵ ਕੀ ਹੈ? ਭਾਰਤ ਦੀਆਂ ਸਰਹੱਦਾਂ ਨੂੰ ਸੇਫ ਰੱਖਦਾ। ਕੋਈ ਵਿਦੇਸ਼ੀ ਹੈ ਜਿਹੜਾ ਉਹ ਇੱਥੇ ਐਂਟਰ ਨਾ ਹੋਵੇ, ਇਸ ਲਈ ਜਿਹੜੀ ਚੰਗੀ ਟੱਕਰ ਦਿੰਦਾ ਉਹਨਾਂ ਨੂੰ ਯੁੱਧਾਂ ਦੇ ਵਿੱਚ। ਅੱਗੇ ਹੈਗਾ ਜੀ ਵਿਸ਼ਨੂਗੁਪਤ ਵੰਸ਼ ਹੈ ਜਿਹੜਾ, ਉਹ ਇਹਦਾ ਆਖਰੀ ਰਾਜਾ ਸੀ। ਵਿਸ਼ਨੂਗੁਪਤ ਹੈ ਜਿਹੜਾ ਉਹ ਵੰਸ਼ ਦਾ ਆਖਰੀ ਰਾਜਾ ਸੀਗਾ। ਗੁਪਤ ਵੰਸ਼ ਦਾ ਅਖੀਰਲਾ ਰਾਜਾ ਕੌਣ ਸੀਗਾ? ਵਿਸ਼ਨੂਗੁਪਤ। ਪਹਿਲਾ ਸ਼੍ਰੀ ਗੁਪਤ ਸੀ। ਠੀਕ ਹੈ ਜੀ, ਅਸਲੀ ਮੋਢੀ ਕੌਣ ਸੀ? ਚੰਦਰਗੁਪਤ ਪਹਿਲਾ। ਅੱਗੇ ਹੈਗਾ ਜੀ ਗੁਪਤ ਸਾਮਰਾਜ ਦੀ ਸਭ ਤੋਂ ਵੱਡੀ ਪ੍ਰਦੇਸ਼ਕ ਇਕਾਈ ਹੈ ਜਿਹੜੀ ਦੇਸ਼ ਹੈ, ਅਤੇ ਇਸ ਦੇ ਸ਼ਾਸਕ ਨੂੰ ਜਿਹੜਾ ਹੈਗਾ ਗੋਪਨਾ ਕਹਿੰਦੇ ਸੀ। ਗੁਪਤ ਸਾਮਰਾਜ ਦੀ ਸਭ ਤੋਂ ਵੱਡੀ ਇਕਾਈ ਹੈ ਜਿਹੜੀ ਉਹ ਪ੍ਰਦੇਸ਼ਕ ਹੈ, ਇਕਾਈ ਹੈ ਜਿਹੜੀ ਪ੍ਰਦੇਸ਼ਕ ਇਕਾਈ, ਉਹ ਦੇਸ਼ ਹੈ। ਅਤੇ ਜਿਹੜਾ ਹੈਗਾ ਇਹਦਾ ਸ਼ਾਸਕ ਉਹਨੂੰ ਗੋਪਨਾ ਕਹਿੰਦੇ ਸੀ। ਦੂਜੀ ਪ੍ਰਦੇਸ਼ਕ ਇਕਾਈ ਨੂੰ ਭੁਕਤੀ ਕਿਹਾ ਜਾਂਦਾ ਸੀ, ਇਹਦੇ ਸ਼ਾਸਕ ਨੂੰ ਉਪਰਕ ਕਹਿੰਦੇ ਸੀ। ਠੀਕ ਹੈ, ਭੁਕਤੀ ਤੋਂ ਬਾਅਦ ਵਿਸ਼ ਸੀ। ਵਿਸ਼
ਜਿਹਨੂੰ ਆਪਾਂ ਜ਼ਿਲ੍ਹਾ ਕਹਿੰਦੇ, ਜਿਹਦਾ ਮੁਖੀ ਹੈ ਜਿਹੜਾ ਉਹ ਵਿਸ਼ਪਤੀ ਹੁੰਦਾ ਸੀ। ਅਤੇ ਪਿੰਡਾਂ ਦਾ ਪ੍ਰਬੰਧ ਹੈ ਜਿਹੜਾ ਪਿੰਡਾਂ ਦਾ ਪ੍ਰਬੰਧ ਹੈ ਉਸ ਟਾਈਮ 'ਤੇ ਉਹ ਇੱਕ ਇਕਾਈ ਦੇ ਹੇਠ ਹੁੰਦਾ ਸੀ ਜਿਹਨੂੰ ਪੇਠ ਕਿਹਾ ਜਾਂਦਾ ਸੀ। ਟੈਕਸ ਪ੍ਰਬੰਧ ਆ ਜਿਹੜਾ 1/4 ਜਾਂ 1/6 ਭਾਗ ਹੁੰਦਾ ਸੀ ਇਹਨਾਂ ਦੇ ਟਾਈਮ 'ਤੇ। ਕਿਸੇ ਦੇ ਟਾਈਮ 'ਤੇ 1/4 ਰਿਹਾ, ਕਿਸੇ ਦੇ ਟਾਈਮ 'ਤੇ 1/6 ਰਿਹਾ। ਉਜੈਨ ਸਭ ਤੋਂ ਮਹੱਤਵਪੂਰਨ ਵਪਾਰਕ ਕੇਂਦਰ ਸੀ। ਇਹ ਸੀ ਆਪਣੀ ਅੱਜ ਦੀ ਕਲਾਸ। ਇਸ ਤੋਂ ਅੱਗੇ ਜਿਹੜਾ ਇਹਨਾਂ ਦੀ ਪ੍ਰਸ਼ਾਸਨਿਕ ਵਿਵਸਥਾ ਅਤੇ ਜਿਹੜਾ ਇਹਨਾਂ ਦੇ ਰਚਨਾਵਾਂ ਹੋਈਆਂ, ਸਾਹਿਤ ਰਚਿਆ ਗਿਆ, ਜਿਹੜੇ ਇਹਨਾਂ ਦੇ ਸਮੇਂ 'ਤੇ ਸਿਸਟਮ ਪ੍ਰਸ਼ਾਸਨਿਕ ਪ੍ਰਬੰਧ ਚੱਲਦਾ ਸੀ, ਉਹ ਆਪਾਂ ਅਗਲੀ ਕਲਾਸ 'ਚ ਮਿਲਾਂਗੇ। ਇਸ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ, ਇਹਨੂੰ ਲਾਈਕ ਕਰੋ, ਸ਼ੇਅਰ ਕਰੋ। ਨੋਟਸਾਂ ਦੀ ਪ੍ਰਾਪਤੀ ਦੇ ਲਈ ਟੈਲੀਗ੍ਰਾਮ ਲਿੰਕ ਜੁਆਇਨ ਕਰੋ। ਤੁਹਾਡਾ ਸਾਰਿਆਂ ਦਾ ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ। ਤਿਆਰੀ ਕਰੋ, ਮਿਹਨਤ ਕਰੋ, ਆਪਣੇ ਸੁਪਨਿਆਂ ਨੂੰ ਪ੍ਰਾਪਤ ਕਰੋ। ਤੁਹਾਨੂੰ ਸਾਰਿਆਂ ਨੂੰ ਸ਼ੁਭ ਇਛਾਵਾਂ।